ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਰਿਪੋਰਟ ਮੈਂ ਬਣਾ ਰਹੀ ਹਾਂ ਕਿਉਂਕਿ ਭਾਜਪਾ ਦੇ ਐਮਪੀ ਰਾਜਸਥਾਨ ਤੋਂ ਗਜਿੰਦਰ ਸਿੰਘ ਸ਼ੇਖਾਵਤ ਜਦੋਂ ਪੰਜਾਬ 'ਚ ਆਏ 2 ਦਿਨ ਪਹਿਲਾਂ ਜਿਹੜੇ ਐਟ ਦਾ ਸੇਮ ਟਾਈਮ ਕੇਂਦਰੀ ਜਲ ਸ਼ਕਤੀ ਮੰਤਰੀ ਵੀ ਨੇ, ਉਹਨਾਂ ਵੱਲੋਂ ਇੱਕ ਸਟੇਟਮੈਂਟ ਪ੍ਰੈਸ ਨੂੰ ਦਿੱਤੀ ਗਈ। ਬੇਸਿਕਲੀ 2 ਸਟੇਟਮੈਂਟਸ ਦਿੱਤੀਆਂ ਗਈਆਂ। ਪਹਿਲੀ ਸਟੇਟਮੈਂਟ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਉਹ ਇਕੱਲੇ ਪੰਜਾਬ ਦਾ ਹੀ ਨਹੀਂ ਹੈ, ਬਲਕਿ ਉਹਦੇ ਵਿੱਚ ਜਿਹੜੇ ਬਾਕੀ ਦੇ ਰਾਜ ਆ ਉਹਨਾਂ ਦਾ ਵੀ ਸਾਂਝਾ ਆ। ਇਸ ਤੋਂ ਦੂਸਰੀ ਜਿਹੜੀ ਸਟੇਟਮੈਂਟ ਦਿੱਤੀ ਗਈ ਉਹ ਕਿ ਜਿਹੜੀ ਚੰਡੀਗੜ੍ਹ ਤੇ ਪੰਜਾਬ ਆਪਣਾ ਹੱਕ ਜਮਾਉਂਦਾ ਹੈ ਕਿ ਜਿਹੜੀ ਕੈਪੀਟਲ ਆ ਉਹ ਜਿਹੜੀ ਚੰਡੀਗੜ੍ਹ ਆ ਉਹ ਪੰਜਾਬ ਦਾ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਕੱਲਾ ਪੰਜਾਬ ਨਹੀਂ, ਇਹਦੇ ਵਿੱਚ ਚੰਡੀਗੜ੍ਹ ਦੇ ਵਸਨੀਕਾਂ ਨੂੰ ਵੀ ਪੁੱਛ ਲੈਣਾ ਚਾਹੀਦਾ ਆ। ਸੋ ਇਹ ਜਿਹੜੀਆਂ ਦੋਨੋਂ ਸਟੇਟਮੈਂਟਸ ਆ, ਇਹ ਦੋਨੋਂ ਹੀ ਮੁੱਦੇ ਜਿਹੜੇ ਨੇ ਬਹੁਤ ਸੰਵੇਦਨਸ਼ੀਲ ਆ, ਬਹੁਤ ਸੈਂਸਿਟਿਵ ਆ ਪੰਜਾਬ ਦੇ ਮਾਹੌਲ ਦੇ ਲਈ। ਇਹਦਾ ਇਤਿਹਾਸ, ਇਹਦੀਆਂ ਹੋਰ ਵੀਡੀਓਜ਼ ਜਿਹੜੀਆਂ ਆ ਉਹ ਸਾਰੀਆਂ ਆਪਣੇ ਇੱਥੇ ਚੈਨਲ 'ਤੇ, ਇਸ ਚੈਨਲ 'ਤੇ ਵੀ ਪਈਆਂ, ਤੁਸੀਂ ਵੇਖ ਸਕਦੇ ਆ। ਸੋ ਇਸ ਸਮੇਂ 'ਤੇ ਜਦੋਂ ਭਾਜਪਾ ਪੰਜਾਬ ਦੇ ਵਿੱਚ ਆਪਣਾ ਪਸਾਰ ਕਰਨਾ ਚਾਹੁੰਦੀ ਆ, ਮਿਸ਼ਨ 2024 2024 ਦੀਆਂ ਲੋਕ ਸਭਾ ਇਲੈਕਸ਼ਨਸ ਉਹਨਾਂ ਦੇ ਮੱਦੇਨਜ਼ਰ ਹੈਗੀਆਂ ਨੇ, ਤਾਂ ਉਸ ਸਮੇਂ ਇੱਦਾਂ ਦੀਆਂ ਪ੍ਰੋਵੋਕੇਟਿਵ ਸਟੇਟਮੈਂਟਸ ਜਾਂ ਉਸ ਜਿਹੜੇ ਦੁੱਖ ਦੀ ਰਗ ਨੂੰ ਛੇੜਨ ਵਾਲਾ ਕੰਮ ਕਿਉਂ ਕਰਨਾ। ਹੁਣ ਇੱਥੇ ਜੋ ਗਜਿੰਦਰ ਸਿੰਘ ਸ਼ੇਖਾਵਤ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਇਸ ਤੋਂ ਪਹਿਲਾਂ ਕੁਝ ਅਸ਼ਵਨੀ ਸ਼ਰਮਾ ਜੋ ਬੀਜੇਪੀ ਦੇ ਹੀ ਸਟੇਟ ਪ੍ਰੈਜ਼ੀਡੈਂਟ ਨੇ, ਉਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀ ਜੋ ਇਹਦੇ ਬਿਲਕੁਲ ਵਿਪਰੀਤ ਸੀ। ਸੋ ਇਹ ਜਿਹੜੀ ਸਟੇਟਮੈਂਟ ਹੈ, ਇਹ ਸਿਰਫ ਔਰ ਸਿਰਫ ਐਵੇਂ ਲੱਗਦਾ ਕਿ ਇੱਕ ਸ਼ਰਾਰਤ ਵਜੋਂ ਜਾਂ ਇੱਕ ਜਸਟ ਟੂ ਬੀ ਇਨ ਦ ਨਿਊਜ਼ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਬੀਜੇਪੀ ਦੇ ਪੰਜਾਬ ਪ੍ਰਧਾਨ ਤਾਂ ਇਹ ਸਟੇਟਮੈਂਟ ਦੇ ਰਹੇ ਸੀ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਜਾਂ ਹੋਰ ਧਿਰਾਂ, ਉਹਨਾਂ ਦਾ ਕੋਈ ਇਹਦੇ 'ਤੇ ਰਿਐਕਸ਼ਨ ਨਹੀਂ ਆਇਆ, ਕੋਈ ਪ੍ਰਤੀਕਰਮ ਦੇਖਣ ਨੂੰ ਨਹੀਂ ਮਿਲਿਆ। ਆਮ ਆਦਮੀ ਪਾਰਟੀ ਰੂਲਿੰਗ ਪਾਰਟੀ 92 ਸੀਟਾਂ ਵਾਲੀ, ਪਲੱਸ ਉਹਨਾਂ ਦੇ ਰਾਜ ਸਭਾ ਐਮਪੀ ਵੀ ਨੇ, ਕਿਸੇ ਦਾ ਵੀ ਇਸ ਚੀਜ਼ ਨੂੰ ਕੰਡੈਮ ਕਰਨ ਦੇ ਲਈ, ਜੋ ਕਿ ਇਟਸੈਲਫ ਬਹੁਤ ਵੱਡੀਆਂ ਸਟੇਟਮੈਂਟਸ ਦੋਨੋਂ ਬੀਜੇਪੀ ਆਗੂ ਵੱਲੋਂ ਦਿੱਤੀਆਂ ਗਈਆਂ ਨੇ। ਕੇਂਦਰੀ ਮੰਤਰੀ ਨੇ, ਬੀਜੇਪੀ ਆਗੂ ਇੱਕ ਸਾਈਡ 'ਤੇ ਹੋ ਜਾਂਦੇ, ਜਦੋਂ ਕੇਂਦਰੀ ਮੰਤਰੀ ਆ ਤਾਂ ਫਿਰ ਉਹ ਸਭ ਦੀ ਸਮੁੱਚੀ ਗੱਲ ਕਰਨਗੇ। ਬਟ ਇਹ ਜਿਹੜੀ ਸਟੇਟਮੈਂਟਸ, ਇਹਨਾਂ ਨੂੰ ਕੰਡੈਮ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ। ਦਿੱਲੀ ਦੇ ਵਿੱਚ ਕੁਛ ਹੋ ਜਾਏ, ਸੀਬੀਆਈ ਰੇਡ ਪੈ ਗਈ ਮਨੀਸ਼ ਸਿਸੋਦੀਆ ਜੀ 'ਤੇ, ਤਾਂ ਪੂਰਾ ਕੈਡਰ ਜਿਹੜਾ ਆਮ ਆਦਮੀ ਪਾਰਟੀ ਦਾ ਉਸ ਵਾਲੇ ਪਾਸੇ ਨੂੰ ਬਿਆਨਬਾਜ਼ੀਆਂ ਕਰਨ ਹੋ ਜਾਂਦਾ। ਪਰ ਜਿਹੜਾ ਪੰਜਾਬ ਦਾ ਬੁਨਿਆਦੀ ਮੁੱਦਾ ਹੈ, ਇਹਦੇ 'ਤੇ ਚੀਫ ਮਿਨਿਸਟਰ ਭਗਵੰਤ ਮਾਨ ਜੀ, ਰਾਘਵ ਚੱਡਾ ਜੀ ਐਂਡ ਹੋਰ ਜਿਹੜੇ ਲੋਕ ਨੇ, ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਇਆ। ਕਾਂਗਰਸ ਦਾ ਵੀ ਕੋਈ ਖਾਸ ਪ੍ਰਤੀਕਰਮ ਨਹੀਂ। ਬਟ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਹੈ, ਬਟ ਉਹ ਕੋਸ਼ਿਸ਼ ਵੀ ਉਹਨਾਂ ਦੀ ਰਿਐਕਸ਼ਨਰੀ ਆ। ਇੱਕ ਰਿਐਕਸ਼ਨ ਦੇ ਵਜੋਂ ਅਗਰ ਆਪਾਂ ਇਤਿਹਾਸ ਨੂੰ ਬਹੁਤ ਘੱਟ ਸ਼ਬਦਾਂ ਦੇ ਵਿੱਚ ਸਮ ਅਪ ਕਰਨ ਦੀ ਮੈਂ ਇੱਥੇ ਕੋਸ਼ਿਸ਼ ਕਰਾਂ ਤੁਹਾਡੇ ਲਈ, ਤਾਂ 1966 ਦਾ ਜਿਹੜਾ ਪੰਜਾਬ ਦਾ ਰੀਆਰਗੇਨਾਈਜੇਸ਼ਨ ਐਕਟ ਬਣਦਾ ਹੈ, ਉਹਦੇ ਵਿੱਚ ਕੁਝ ਮਦਾਂ ਨੇ ਜਿਹੜੀਆਂ ਪੰਜਾਬ ਦੇ ਬੁਨਿਆਦੀ ਹੱਕਾਂ ਦੇ ਅਗੇਂਸਟ ਜਾਂਦੀਆਂ ਨੇ। ਜਿਵੇਂ ਕਿ ਪੰਜਾਬ ਦੇ ਪਾਣੀਆਂ ਦਾ ਸਾਰਾ ਕੰਟਰੋਲ, ਜਿਹਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਸਾਰਾ ਆ, ਉਹ ਸੈਂਟਰ ਦੇ ਕੋਲ ਚਲਾ ਜਾਂਦਾ। ਔਰ ਨਾਲ ਹੀ ਚੰਡੀਗੜ੍ਹ ਨੂੰ, ਜਿਹੜੀ ਰਾਜਧਾਨੀ ਮਿਲਣੀ ਚਾਹੀਦੀ ਸੀ ਪੰਜਾਬ ਨੂੰ, ਉਹ ਨਾ ਦੇ ਕੇ ਉਹਨੂੰ ਯੂਟੀ ਬਣਾ ਦਿੱਤਾ ਜਾਂਦਾ। ਸੋ ਇਹ ਦੋ ਆਪਣੇ ਮੁੱਦੇ ਨੇ ਜਿਨ੍ਹਾਂ ਤੇ ਪੰਜਾਬ 1966 ਤੋਂ ਲੈ ਕੇ ਹੁਣ ਤੱਕ ਜਿਹੜਾ ਸਟਰਗਲ ਕਰਦਾ ਆ ਰਿਹਾ। ਸੋ ਇੱਥੇ ਅਗਰ ਅੱਜ ਦੇ ਸਮੇਂ 'ਚ ਸਟਰਗਲ ਨਹੀਂ ਚੱਲ ਰਹੀ ਹੈਗੀ ਤਾਂ ਇੱਕ ਨਿਰਾਸ਼ਤਾ ਦੀ ਭਾਵਨਾ ਇੱਥੇ ਪੰਜਾਬੀ ਲੋਕ ਮਨਾਂ ਦੇ ਵਿੱਚ ਹੈਗੀ ਆ, ਜਿੱਥੇ ਇਸ ਚੀਜ਼ ਦਾ ਗੱਲ ਆਉਂਦੀ ਹੈ ਕਿ ਜਿਹੜਾ ਸੈਂਟਰ ਆ ਉਹ ਪੰਜਾਬ ਨਾਲ ਵਿਤਕਰਾ ਕਰਦਾ, ਔਰ ਪੰਜਾਬ ਇੱਕ ਵਿਕਟਿਮ ਆ ਸੈਂਟਰ ਦੀਆਂ ਕਾਰਵਾਈਆਂ ਦਾ। ਪਰ ਉਹ ਜਿਹੜੀ ਸਰਕਾਰ ਸੀ ਉਹ ਕਾਂਗਰਸ ਦੀ ਸਰਕਾਰ ਸੀ। ਹੁਣ ਭਾਜਪਾ ਦੀ ਸਰਕਾਰ, ਅਗਰ ਭਾਜਪਾ ਦੀ ਸਰਕਾਰ ਵੀ ਇਸੇ ਰਵੱਈਏ 'ਤੇ ਚੱਲੇਗੀ ਤਾਂ ਫਿਰ ਉਹ ਜਿਹੜੀ ਵਿਕਟਿਮਹੁੱਡ ਦੀ ਭਾਵਨਾ ਹੈ ਪੰਜਾਬੀਆਂ ਦੇ ਵਿੱਚ, ਉਹ ਜਿਹੜੀ ਜ਼ਿਆਦਾ ਸਰਟਨਲੀ ਵਧੇਗੀ। ਪੰਜਾਬ ਦੇ ਵਿੱਚ ਜਦੋਂ 1966 ਦੀ ਰੀਆਰਗੇਨਾਈਜੇਸ਼ਨ ਐਕਟ ਬਣਨਾ ਸੀ ਤਾਂ ਉਸ ਸਮੇਂ ਕਮਿਸ਼ਨ ਬਣਦਾ, ਸ਼ਾਹ ਕਮਿਸ਼ਨ। ਸ਼ਾਹ ਕਮਿਸ਼ਨ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਤੁਸੀਂ ਦੇਖੋ ਹਰਿਆਣੇ ਦੀਆਂ, ਪੰਜਾਬ ਦੀਆਂ ਕਿਹੜੀਆਂ ਬਾਉਂਡਰੀਜ਼ ਹੋਣਗੀਆਂ। ਉਹ ਜਿਹੜਾ ਸ਼ਾਹ ਕਮਿਸ਼ਨ ਹੈ, ਜਿਹੜਾ ਡਾਟਾ ਇਕੱਠਾ ਕਰਦਾ ਹੈ, ਉਹ ਡਾਟਾ ਇਕੱਠਾ ਕਰਦਾ ਹੈ 1961 ਦੇ ਸੈਂਸਸ ਤੋਂ। ਜਿਹੜੇ 1961 ਦੇ ਸੈਂਸਸ ਖੁਦ ਇੱਕ ਟਰਬਲਡ, ਅਨਰਿਲਾਇਬਲ ਸੈਂਸਸ ਸੀ ਕਿਉਂਕਿ ਉਸ ਸਮੇਂ ਮੂਵਮੈਂਟਸ ਚੱਲ ਰਹੀਆਂ ਸੀ ਕਿ ਜਿਹੜੇ ਪੰਜਾਬੀ ਲੋਕ ਸੀ ਉਹਨਾਂ ਨੇ ਵੀ ਆਪਣੀ ਭਾਸ਼ਾ ਹਿੰਦੀ ਲਿਖਾਈ ਸੀ। ਸੋ 1961 ਦਾ ਸੈਂਸਸ ਪਾਰਲੀਮੈਂਟ ਦੇ ਵਿੱਚ ਵੀ ਅਨਰਿਲਾਇਬਲ ਮੰਨਿਆ ਗਿਆ ਸੀ। ਔਰ ਜਿਹੜੀ ਸ਼ਾਹ ਕਮਿਸ਼ਨ ਨੇ ਬਾਉਂਡਰੀ ਰਿਪੋਰਟ ਬਣਾਈ ਸੀ, ਉਹਦੇ ਵਿੱਚ ਜਿਹੜੀ ਇਲਾਕਿਆਂ ਦੀ ਵੰਡ ਇਸ ਕਮਿਸ਼ਨ ਤੇ, ਇਸ ਸੈਂਸਸ ਤੇ ਬੇਸਡ ਸੀ ਕਿ ਸੋ ਸਰਟਨਲੀ ਉਹਦੇ ਵਿੱਚ ਵੀ ਪ੍ਰੋਬਲਮਸ ਜਿਹੜੀਆਂ ਆ, ਉੱਥੇ ਜਿਹੜੇ ਕੁਐਸਚਨ ਸੀਗੇ ਉਹ ਬਾਅਦ ਵਿੱਚ ਵੀ ਅਰਾਈਜ਼ ਹੁੰਦੇ, ਔਰ ਉਹਨੂੰ ਅੱਜ ਵੀ ਬਾਇਸਡ ਡਿਸੀਜਨ ਮੰਨਿਆ ਜਾਂਦਾ। ਇਸੇ ਤਰ੍ਹਾਂ ਜਿਹੜਾ ਉਹ ਚੰਡੀਗੜ੍ਹ ਦੀ ਪਾਪੂਲੇਸ਼ਨ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ 1961 ਦਾ ਜਿਹੜਾ ਸੈਂਸਸ ਉਹ ਕਹਿੰਦਾ ਕਿ ਇਹ ਮੈਜੋਰਿਟੀ ਹਿੰਦੀ ਬੋਲਣ ਵਾਲੀ ਨੇ। ਇਸ ਕਰਕੇ ਇਹ ਜਿਹੜਾ ਹਿੱਸਾ ਆ, ਸ਼ਾਹ ਕਮਿਸ਼ਨ ਦੇ 3 ਮੈਂਬਰ ਹੁੰਦੇ, ਤਿੰਨਾਂ ਚੋਂ 2 ਅਗਰੀ ਕਰਦੇ ਨੇ ਕਿ ਹਰਿਆਣਾ ਨਾ ਜਾਣਾ ਚਾਹੀਦਾ, ਸਿਰਫ 1 ਮੈਂਬਰ ਹੁੰਦੇ ਜਿਹੜੇ ਕਹਿੰਦੇ ਪੰਜਾਬ ਨਾ ਆਉਣਾ ਚਾਹੀਦਾ। ਸੋ ਇਹਨੂੰ ਇੱਥੇ ਯੂਟੀ ਬਣਾ ਦਿੱਤਾ ਜਾਂਦਾ। ਸੋ ਇਸ ਤੋਂ ਇਹ ਸਮਾਂ ਸੀਗਾ ਜਦੋਂ ਬੋਨ ਆਫ ਕੰਟੈਂਸ਼ਨ ਜਿਹੜਾ ਚੰਡੀਗੜ੍ਹ ਆ ਬਿਟਵੀਨ ਪੰਜਾਬ ਐਂਡ ਹਰਿਆਣਾ ਬਣਿਆ ਹੋਇਆ। ਸੋ ਬਿਟਵੀਨ ਨਾਟ ਓਨਲੀ ਪੰਜਾਬ ਐਂਡ ਹਰਿਆਣਾ, ਬਿਟਵੀਨ ਪੰਜਾਬ ਐਂਡ ਸੈਂਟਰ ਜਿਹੜਾ ਉਹ ਬਣਿਆ ਹੋਇਆ। ਹੁਣ ਜਿਹੜੀ ਇਸ ਤਰ੍ਹਾਂ ਅੱਗੇ ਸਾਰੀਆਂ ਡਿਵੈਲਪਮੈਂਟਸ ਹੁੰਦੀਆਂ, ਉਹਦੀਆਂ ਅਲੱਗ ਵੀਡੀਓਜ਼ ਆ, ਤੁਸੀਂ ਦੇਖ ਸਕਦੇ ਆ। ਪਰ ਆਪਾਂ ਇਸ ਵੀਡੀਓ ਨੂੰ ਸ਼ਾਰਟ ਰੱਖਣ ਦੇ ਲਈ ਆਈ ਵਿਲ ਜੰਪ ਟੂ ਦਿਸ ਪੁਆਇੰਟ ਕਿ ਅੱਜ ਜਿਹੜੀ ਸਰਕਾਰ ਉਹ ਬੀਜੇਪੀ ਦੀ ਸਰਕਾਰ, ਔਰ ਬੀਜੇਪੀ ਗਵਰਨਮੈਂਟ ਆਲਰੇਡੀ ਕਾਂਗਰਸ ਦੇ ਬਿਲਕੁਲ ਇੱਕ ਤਰ੍ਹਾਂ ਦੇ ਨਾਲ
ਅਲੱਗ ਪਾਰਟੀ ਆ, ਉਹਨਾਂ ਦੀ ਕਾਂਗਰਸ ਦੇ ਨਾਲ ਕੋਈ ਵਿਚਾਰਧਾਰਕ ਤੌਰ ਤੇ ਵੀ ਕਿਸੇ ਵੀ ਤਰ੍ਹਾਂ ਉਹਨਾਂ ਦੀ ਸਹਿਮਤੀ ਨਹੀਂ ਹੈ। ਸੋ ਬੀਜੇਪੀ ਵੀ ਅੱਜ ਆ ਕੇ ਪਿਛਲੇ ਸਾਲ ਤੋਂ ਹੀ ਇੱਦਾਂ ਦੀਆਂ ਗੱਲਾਂ 'ਚ ਕਿਉਂ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਮੈਂਬਰਸ਼ਿਪ ਚੇਂਜ ਕਰ ਦੇਣਾ, ਔਰ ਜਿਹੜੇ ਡੈਮਸ ਦੀ ਸੁਰੱਖਿਆ ਆ ਉਹਨਾਂ ਨੂੰ ਵੀ CISF ਦੇ ਹਵਾਲੇ ਕਰ ਦੇਣਾ, ਪਲੱਸ ਨਾਲ ਹੀ ਚੰਡੀਗੜ੍ਹ ਦੇ ਵਿੱਚ ਸਰਵਿਸ ਰੂਲ ਜਿਹੜੇ ਉਹ ਸੈਂਟਰ ਦੇ ਲਗਾ ਦੇਣਾ, ਇੱਦਾਂ ਦੀਆਂ ਹੋਰ ਜਿਹੜੀਆਂ ਪ੍ਰੋਬਲਮ ਆ। ਨਾਲ ਹੀ ਜਿਹੜਾ ਅੱਜ ਗਜੇਂਦਰ ਸਿੰਘ ਸ਼ੇਖਾਵਤ ਜੀ ਦਾ ਜਿਹੜਾ ਇਹ ਬਿਆਨ 2 ਦਿਨ ਪਹਿਲਾਂ ਆਇਆ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਜਿਹੜੇ ਵਸਨੀਕ ਆ ਉਹਨਾਂ ਦੀ ਕੀ ਧਾਰਨਾ ਆ ਉਹ ਵੀ ਸੁਣਨੀ ਚਾਹੀਦੀ ਹੈ, ਉਹਨਾਂ ਦਾ ਜਿਹੜਾ ਵਿਚਾਰ ਆ ਉਹ ਵੀ ਸੁਣਨਾ ਚਾਹੀਦਾ, ਉਹ ਵੀ ਇੰਪੋਰਟੈਂਟ ਆ। ਸੋ ਇੱਥੇ ਆ ਕੇ ਇੱਕ ਹੋਰ ਨਵੀਂ ਇੱਕ ਤਰ੍ਹਾਂ ਦੇ ਨਾਲ ਪਾਰਟੀ ਜਿਹੜੀ ਆ ਉਹ ਖੜੀ ਕਰਨ ਦੀਆਂ ਕੋਸ਼ਿਸ਼ਾਂ ਨੇ। ਇਸ ਤੋਂ ਪਹਿਲਾਂ ਮੈਂ ਦੱਸਦਾ ਕਿ ਚੰਡੀਗੜ੍ਹ ਦੀ ਜਿਹੜੀ BMC ਆ, ਜਿਹੜੀ ਜਿੱਥੇ BJP ਰੂਲਿੰਗ ਆ ਇਸ ਸਮੇਂ, ਉਹਨਾਂ ਵੱਲੋਂ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਮੰਗ ਕੀਤੀ ਗਈ ਸੀ ਕਿ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਦੀ ਆਪਣੀ ਵਿਧਾਨ ਸਭਾ ਆ, ਉੱਦਾਂ ਇੱਥੇ ਵੀ ਚੰਡੀਗੜ੍ਹ ਦੇ ਵਿੱਚ ਵੀ ਆਪਣੀ ਵਿਧਾਨ ਸਭਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਾਂ ਨੂੰ ਇਹ ਵੀ ਚੀਜ਼ ਦੇਖਣੀ ਪੈ ਗਈ ਕਿ ਜਦੋਂ ਹਰਿਆਣਾ ਨੂੰ ਜ਼ਮੀਨ ਅਲਾਟ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਵੀ ਚੰਡੀਗੜ੍ਹ ਦੇ ਵਿੱਚ ਮੰਗਦੇ ਆ। ਸੋ ਇਹ ਵੀ ਇੱਕ ਵਿਵਾਦ ਦਾ ਇਸ਼ੂ ਹੈਗਾ, ਕਿਉਂਕਿ ਅੱਜ ਤੱਕ ਇੰਡੀਆ ਦੇ ਵਿੱਚ ਜਦੋਂ ਵੀ ਸਟੇਟਾਂ ਦੀ ਵੰਡ ਹੋਈ ਹੈ, ਜਿਵੇਂ ਗੁਜਰਾਤ ਔਰ ਮਹਾਰਾਸ਼ਟਰ ਵੰਡੇ ਗਿਆ, ਤਾਂ ਜਿਹੜਾ ਬੰਬੇ ਉਹ ਮਹਾਰਾਸ਼ਟਰ ਦੇ ਨਾਲ ਹੀ ਰਿਹਾ ਹੈ। ਇਸੇ ਤਰ੍ਹਾਂ ਜਿੱਥੇ ਵੀ ਵੰਡ ਹੋਈ ਹੈ ਤਾਂ ਜਿਹੜੀ ਮਦਰ ਸਟੇਟ ਹੁੰਦੀ ਆ ਉਹਨੂੰ ਹੀ ਕੈਪੀਟਲ ਮਿਲਦੀ ਹੈ, ਔਰ ਜਿਹੜੀ ਨਵੀਂ ਸਟੇਟ ਬਣਦੀ ਆ ਉਹਨੂੰ ਪੈਸੇ ਦਿੱਤੇ ਜਾਂਦੇ ਆ, ਨਹੀਂ ਉਹਨੂੰ ਸਮਾਂ ਦਿੱਤਾ ਜਾਂਦਾ ਕਿ ਉਹ ਆਪਣੀ ਨਵੀਂ ਕੈਪੀਟਲ ਬਣਾ ਸਕੇ। ਸੋ ਇਨ ਦਿਸ ਕੇਸ ਹਰਿਆਣਾ ਦੀ ਇੱਕ ਆਪਣੀ ਕੈਪੀਟਲ ਬਣਨੀ ਸੀ, ਬਟ ਉਹੀ ਵਿਵਾਦ ਜਿਹੜਾ UT ਨੂੰ ਲੈ ਕੇ ਆ ਉਹਨੂੰ ਹੁਣ BJP ਵੀ ਆਪਣੇ ਪੋਲੀਟੀਕਲ ਗੇਨ ਦੇ ਲਈ ਵਰਤਣਾ ਚਾਹੁੰਦੀ ਆ। ਬਟ ਇੱਥੇ ਗੱਲ ਨੂੰ ਮੰਨਣਾ ਔਖਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਪੋਲੀਟੀਕਲ ਗੇਨ BJP ਨੂੰ ਇਹ ਗੱਲਾਂ ਕਰਕੇ ਹੋ ਸਕਦਾ ਹੈ, ਜਦੋਂ BJP ਦੇ ਆਪਣੇ ਹੀ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਹੈ ਉਹ ਜੁਲਾਈ ਦੇ ਵਿੱਚ ਹੀ ਸਟੇਟਮੈਂਟ ਦੇ ਕੇ ਹਟੇ ਨੇ ਕਿ ਸਾਰਾ ਜਿਹੜਾ ਆ ਪੰਜਾਬ ਦਾ ਹੱਕ ਬਣਦਾ। ਇੱਥੇ ਸਵਾਲ ਇੱਕ ਇਹ ਵੀ ਪੈਦਾ ਹੁੰਦਾ ਹੈ ਕਿ ਅਗਰ ਚੰਡੀਗੜ੍ਹ ਦੇ ਵਸਨੀਕਾਂ ਦੀ ਰਾਏ ਲੈਣੀ ਹੈ ਤਾਂ ਉਹ ਕਿਸ ਢੰਗ ਦੇ ਨਾਲ ਲੈਣਗੇ? ਕੀ ਰੈਫਰੈਂਡਮ ਕਰਾਇਆ ਜਾਏਗਾ? ਕਿ ਇੰਨੀ ਡੈਮੋਕ੍ਰੇਸੀ ਹੈ, ਲੋਕਾਂ ਦੀ ਚੁਆਇਸ ਨੂੰ ਇੰਨੀ ਤਵੱਜੋ ਦਿੱਤੀ ਜਾਏਗੀ, ਉਹਨਾਂ ਦੀ ਚੁਆਇਸ ਪੁੱਛੀ ਜਾਏਗੀ ਕਿ ਉਹ ਕੀ ਚਾਹੁੰਦੇ ਨੇ, ਕਿ ਉਹ ਵੀ ਕੁਝ ਚੁਣੇ ਹੋਏ ਨੁਮਾਇੰਦੇ ਹੀ ਤੈਅ ਕਰ ਦੇਣਗੇ? ਸੋ ਇੱਕ ਇੱਦਾਂ ਦੇ ਵਿਵਾਦਿਤ ਜਦੋਂ ਬਿਆਨ ਆਉਣਗੇ ਤਾਂ ਇਸ ਤੋਂ ਅੱਗੇ ਹੋਰ ਬਹੁਤ ਤਰ੍ਹਾਂ ਦੀਆਂ ਗੱਲਾਂ ਨਿਕਲਦੀਆਂ ਨੇ। ਇਹੀ ਸਵਾਲ ਇੱਕ ਹੋਰ ਇੱਥੇ ਆਉਂਦਾ ਹੈ ਕਿ ਜਦੋਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਸੇ ਤਰ੍ਹਾਂ ਟੈਰੀਟਰੀਜ਼ ਚੇਂਜ ਕੀਤੀਆਂ ਗਈਆਂ, ਨਾਟ ਟੈਰੀਟਰੀਜ਼, ਉਹਨਾਂ ਦਾ ਸਟੇਟਸ ਜਿਹੜਾ ਚੇਂਜ ਕੀਤਾ ਗਿਆ, UT ਬਣਾ ਦਿੱਤਾ ਗਿਆ, ਐਂਡ ਧਾਰਾ 370 ਜਦ ਤੋੜੀ ਗਈ ਆ, ਕੀ ਉਸ ਸਮੇਂ ਰੈਫਰੈਂਡਮ ਕਰਾਇਆ ਗਿਆ ਸੀ? ਕੀ ਉਸ ਸਮੇਂ ਜੰਮੂ ਐਂਡ ਕਸ਼ਮੀਰ ਦੇ ਲੋਕਾਂ ਦਾ, ਵਸਨੀਕਾਂ ਦਾ ਕੀ ਰਾਏ ਆ ਉਹ ਰਾਏ ਲਈ ਗਈ ਸੀ? ਸੋ ਇਹੋ ਜਿਹੇ ਜਿਹੜੇ ਬਿਆਨ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਜਿਹੜਾ ਇਹ ਦਿੱਤਾ ਗਿਆ ਹੈ, ਸਰਟਨਲੀ ਹੀ ਪੰਜਾਬੀਆਂ ਦੀ ਦੁੱਖ ਦੀ ਰਗ, ਔਰ ਜਿਹੜੇ ਇੱਕ ਬੁਨਿਆਦੀ ਮੁੱਦੇ ਨੇ ਜਿਨ੍ਹਾਂ ਕਰਕੇ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਪੰਜਾਬ ਦੇ ਵਿੱਚ ਹੋਇਆ, ਜਿਹਦੇ ਨਾਲ ਇੱਕ ਵਾਇਲੈਂਟ ਸਟਰਗਲ ਆਉਂਦੀ ਹੈ, ਇੱਕ ਮਿਲੀਟੈਂਸੀ ਦਾ ਦੌਰ ਬਾਅਦ ਵਿੱਚ ਆਉਂਦਾ, ਔਰ ਉਸ ਤੋਂ ਬਾਅਦ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਚੱਲਣਾ ਪਿਆ। ਆਪਾਂ ਲੀਡਰਸ਼ਿਪ ਗਵਾਈ ਆਪਣੀ, ਔਰ ਜਿਹੜੀ ਲੀਡਰਸ਼ਿਪ ਆਪਾਂ ਨੂੰ ਮਿਲੀ ਬਾਅਦ ਵਿੱਚ ਉਹ ਬਹੁਤ ਹੋਲੋਨੈਸ ਵਾਲੀ ਹੈ, ਜਿਹਦੇ ਕਰਕੇ ਹੀ ਅੱਜ ਇਹ ਵੀਡੀਓ ਵੀ ਬਣਾਉਣ ਦਾ ਮਕਸਦ ਇਹ ਹੈ ਬਿਕਾਜ਼ ਸਾਡੀ ਲੀਡਰਸ਼ਿਪ ਵੱਲੋਂ ਇਹਦੇ ਤੇ ਕੋਈ ਵੀ ਸਟੇਟਮੈਂਟ, ਕੋਈ ਵੀ ਬਿਆਨ ਨਹੀਂ ਆਇਆ ਹੈਗਾ। ਜਿਵੇਂ ਕਿ ਬੁਨਿਆਦੀ ਮੁੱਦਾ ਤਾਂ ਇਹ ਬਣਦਾ ਹੈ, ਜਿਹੜਾ ਪੰਜਾਬ ਦਾ ਰੀਆਰਗੇਨਾਈਜੇਸ਼ਨ ਐਕਟ ਹੈ ਉਹਦੇ ਵਿਚਲੀਆਂ ਕੁਝ ਮਦਾਂ ਨੇ, ਕੁਝ ਧਾਰਾਵਾਂ ਨੇ ਜਿਨ੍ਹਾਂ ਨੂੰ ਚੈਲੰਜ ਕਰਨ ਦੀ ਜ਼ਰੂਰਤ ਹੈ। ਚੰਡੀਗੜ੍ਹ ਤੇ ਪੰਜਾਬ ਦਾ ਹੱਕ ਉਦੋਂ ਮਜ਼ਬੂਤ ਹੁੰਦਾ ਹੈ ਜਦੋਂ 2 ਵਾਰੀ ਇੱਦਾਂ ਦੀਆਂ ਇਵੈਂਟਸ ਆਪਣੇ ਹੋਈਆਂ ਆ ਕਿ ਜਿਹਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਮਿਲਦਾ ਰਹਿ ਗਿਆ। ਇੱਕ ਤਾਂ 1970 ਵਾਲੀ ਇੰਦਰਾ ਗਾਂਧੀ ਅਵਾਰਡ, ਔਰ ਉਸ ਤੋਂ ਬਾਅਦ ਜਿਹੜਾ ਰਾਜੀਵ ਲੋਂਗੋਵਾਲ ਅਕਾਰਡ ਹੁੰਦਾ ਹੈ, ਜਿਹਦੇ ਵਿੱਚ ਤਰੀਕ ਵੀ ਤੈਅ ਕਰ ਦਿੱਤੀ ਜਾਂਦੀ ਹੈ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਦਾ ਹੋ ਜਾਏਗਾ। ਹੁਣ ਉਹ ਗੱਲ ਟੋਟਲੀ ਡਿਫਰੈਂਟ ਹੈ ਕਿ ਜਿਹੜਾ ਸਰਕਾਰ ਮੁੱਕਰ ਗਏ ਇਹ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣ ਤੋਂ, ਉੱਥੇ ਜਿਹੜੀਆਂ ਚੇਂਜਸ ਹੋਈਆਂ ਉਹ ਬਾਅਦ ਦੀ ਗੱਲ ਆ। ਪਰ ਇੱਕ ਵਾਰੀ ਪਾਰਲੀਮੈਂਟ ਦੇ ਦੋਨਾਂ ਹਾਊਸਿਸ ਦੇ ਵਿੱਚ ਜਿਹੜਾ ਰਾਜੀਵ ਲੋਂਗੋਵਾਲ ਅਕਾਰਡ ਹੈ ਉਹ ਇੱਕ ਵਾਰੀ ਮਾਨਤਾ ਰੱਖਦਾ, ਉਹ ਮੰਨਿਆ ਗਿਆ ਹੈ, ਔਰ ਨਾਲ ਹੀ ਪ੍ਰਾਈਮ ਮਿਨਿਸਟਰ ਦੀ ਚੇਅਰ ਤੋਂ ਇਸ ਚੀਜ਼ ਦਾ ਪ੍ਰੋਮਿਸ ਹੋ ਜਾਣਾ ਕਿ ਪੰਜਾਬ ਨੂੰ ਚੰਡੀਗੜ੍ਹ ਦੇ ਦਿੱਤਾ ਜਾਏਗਾ। ਸੋ ਇਟਸੈਲਫ ਇਹ ਦਿਖਾਉਂਦਾ, ਇੱਕ ਮਜ਼ਬੂਤ ਕਰਦਾ ਪੰਜਾਬ ਦਾ ਪੱਖ। ਹੁਣ ਇੱਥੇ ਗੱਲ ਉਹ ਵੱਖਰੀ ਹੈ ਕਿ ਭਗਵੰਤ ਮਾਨ ਜੀ ਨੇ ਕੀ ਸਟੇਟਮੈਂਟ ਦਿੱਤੀ ਸੀ ਜਾਂ ਆਪਣੀ ਹੋਰ ਲੀਡਰਾਂ ਨੇ ਜਿਨ੍ਹਾਂ ਨੂੰ ਸ਼ਾਇਦ ਇਤਿਹਾਸ ਦੀ ਪੰਜਾਬ ਦੇ ਜਾਂ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਇੰਨੀ ਸਮਝ ਨਹੀਂ, ਉਹਨਾਂ ਵੱਲੋਂ ਕੀ ਸਟੇਟਮੈਂਟ ਆਈ ਜਾਂ ਅਕਾਲੀ ਦਲ ਅੱਜ ਦੇ ਸਮੇਂ 'ਚ ਕੀ ਭੂਮਿਕਾ ਨਿਭਾ ਰਿਹਾ। ਇਸ ਵੀਡੀਓ ਦੇ ਐਂਡ ਦੇ ਵਿੱਚ ਮੈਂ ਇਹੀ ਕਹੂੰਗੀ ਕਿ ਚਾਹੇ ਅਕਾਲੀ ਦਲ ਅੱਜ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਆ, ਇੱਕ ਆਪਣੀ ਰਿਐਕਸ਼ਨਰੀ ਬਿਆਨ ਜਿਹੜੇ ਉਹ ਦੇ ਰਹੇ ਨੇ, ਪਰ ਇਟ ਇਜ਼ ਨਾਟ ਦਾ ਸਲਿਊਸ਼ਨ ਇੰਨੇ ਸਾਲ ਪੁਰਾਣੀ, ਜਿਹੜੇ ਇੰਨੇ ਦਹਾਕੇ ਸਾਲ ਪੁਰਾਣਾ ਇਸ਼ੂ ਜਿਹੜਾ ਚੱਲਿਆ ਆ ਰਿਹਾ ਆ, ਉਹਦਾ ਸਲਿਊਸ਼ਨ ਇਹ ਹੈ ਕਿ ਇੱਕ ਵਾਰੀ ਲਿਖਤੀ ਫਾਰਮ ਦੇ ਵਿੱਚ ਪ੍ਰੋਪਰ ਏਜੰਡਾ ਬਣਾ ਕੇ ਇਸ ਮੁੱਦੇ ਨੂੰ ਹੱਲ ਕਰਾਉਣ ਵੱਲ ਤੁਰਿਆ ਜਾਵੇ, ਨਾ ਕਿ ਇਹਨੂੰ ਸਿਰਫ ਵੋਟਾਂ ਦੇ ਲਈ ਇਹਨਾਂ ਟੌਪਿਕਸ ਨੂੰ ਵਾਰ-ਵਾਰ ਉਠਾ ਕੇ ਕੋਈ ਬਿਆਨਬਾਜ਼ੀਆਂ ਕਰਕੇ ਔਰ ਆਪਣੇ ਸ਼ਗੂਫੇ ਛੱਡ ਕੇ ਸਿਰਫ ਔਰ ਸਿਰਫ ਲੋਕਾਂ ਨੂੰ
ਪ੍ਰੋਵੋਕੇਟ ਕਰਨਾ ਜਾਂ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਵਾਲਾ ਕੰਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਥੈਂਕ ਯੂ ਸੋ ਮਚ ਫॉर ਵਾਚਿੰਗ। ਕੋਈ ਵੀ ਤੁਹਾਡਾ ਵਿਚਾਰ ਹੈ, ਡੂ ਸ਼ੇਅਰ ਵਿਦ ਮੀ।